ਹੁਣ ਅਸੀਂ ਰੀਸੈਂਟਲੀ ਮੌਲਾਨਾ ਸਾਹਿਬ ਨੇ ਵੀ ਗੱਲ ਕੀਤੀ ਕਿ ਇਸਲਾਮੀਆ ਯੂਨੀਵਰਸਿਟੀ ਇੱਕ ਸਮਝ ਲਓ ਕਿ ਪਹਿਲੇ ਅਸੀਂ ਨਾਜ਼ਰੀਨ ਦੇ ਦਿਮਾਗ 'ਚੋਂ ਇੱਕ ਗੱਲ ਬਿਆਨ ਕਰਨਾ ਜ਼ਰੂਰੀ ਸਮਝਦੇ ਹਾਂ ਕਿ 2 ਯੂਨੀਵਰਸਿਟੀਆਂ ਹੈਗੀਆਂ। ਇੱਕ ਹੈਗੀ ਇਸਲਾਮੀ ਯੂਨੀਵਰਸਿਟੀ ਇਸਲਾਮਾਬਾਦ 'ਚ, ਇੱਕ ਹੈਗੀ ਇਸਲਾਮੀਆ ਯੂਨੀਵਰਸਿਟੀ ਬਹਾਵਲਪੁਰ ਦੇ ਵਿੱਚ ਆ, ਜਿਹਦਾ ਵਾਕਿਆ ਇਸ ਟਾਈਮ ਸੋਸ਼ਲ ਮੀਡੀਆ ਤੇ ਚੱਲ ਰਿਹਾ। ਉਹਦੇ ਕੀ ਮੁਹਰਕਾਤ ਆ, ਕੀ ਵਜੂਹਾਤ ਆ, ਕੀ ਹੋ ਰਿਹਾ। ਇੱਕ ਸਿਆਸੀ ਤੌਰ 'ਤੇ ਹੁਣ ਇਹ ਜਿਹੜਾ ਵਾਕਿਆ ਨਾ ਸਿਆਸੀ ਵਾਕਿਆ ਬਣਦਾ ਜਾ ਰਿਹਾ। ਇਹਦੇ ਵਿੱਚ ਹੁਣ ਸੁਣਨ 'ਚ ਆ ਰਿਹਾ ਜੀ ਕੋਈ ਵਫਾਕੀ ਵਜ਼ੀਰ ਸਾਹਿਬ ਨੇ, ਉਹਨਾਂ ਦਾ ਬੇਟਾ ਮੁਲਵਸ ਆ, ਉਹ ਨਹੀਂ ਚਾਹੁੰਦੇ ਕਿ ਮੇਰੇ ਬੇਟੇ ਦਾ ਨਾਮ ਅੱਗੇ ਆ ਜਾਵੇ। ਅਸੀਂ ਇਹਨਾਂ ਚੀਜ਼ਾਂ ਨੂੰ ਇੱਥੇ ਡਿਸਕਸ ਨਹੀਂ ਕਰਨਾ ਚਾਹੁੰਦੇ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਵਾਕਿਆਤ ਹੁੰਦੇ ਕਿਉਂ ਆ ਸਾਡੇ ਮੁਆਸ਼ਰੇ 'ਚ, ਇਤਨੇ ਗਿਨੌਨੇ ਵਾਕਿਆਤ ਇਤਨੇ। ਇਹ ਅਸਲ ਮੌਲਾਨਾ ਸਾਹਿਬ ਇਹ ਵਾਕਿਆ ਹੈ ਕਿ ਅਸਲ ਇਸ ਹਕੀਕਤ ਕੀ ਹੈ? ਇਸ ਵਾਕਿਆ ਦੀ ਤੁਸੀਂ ਇਸ ਤਰ੍ਹਾਂ ਇਹਨੂੰ ਸਮਝੋ ਕਿ ਵਾਕਿਆ ਦੀ ਅਗਰ ਅਸੀਂ ਸਾਰਾ ਪਸੇ ਮੰਜ਼ਰ ਦੇਖੀਏ, ਵਾਕਿਆ ਸਾਹਮਣੇ ਕਿੱਦਾਂ ਆਇਆ, ਤੇ ਤਾਰੀਖ ਤਾਂ ਮੈਂ ਭੁੱਲ ਗਿਆ ਜੀ ਕਿ 3-4 ਦਿਨ ਪਹਿਲੇ ਹੀ, ਕੋਈ 5 ਦਿਨ ਹੋਏ ਹੋਣੇ ਆ, ਤਾਰੀਖ ਮੈਨੂੰ ਐਗਜ਼ੈਕਟ ਯਾਦ ਨਹੀਂ ਆ ਰਹੀ। ਇੱਕ ਬਹਾਵਲਪੁਰ ਦੇ ਵਿੱਚ ਇੱਕ ਨਾਕੇ 'ਤੇ ਪੁਲਿਸ ਖੜੀ ਹੈ ਅਤੇ ਉਹ ਇੱਕ ਗੱਡੀ ਗੁਜ਼ਰ ਰਹੀ ਉਹਨਾਂ ਦੇ ਕੋਲੋਂ। ਉਹਨਾਂ ਨੇ ਗੱਡੀ ਨੂੰ ਮਸ਼ਕੂਕ ਦੇਖਿਆ, ਗੱਡੀ ਦੇ ਵਿੱਚ ਜਿਹੜੇ ਬੰਦੇ ਬੈਠੇ ਆ ਮਸ਼ਕੂਕ ਹਰਕਤਾਂ ਕਰ ਰਹੇ। ਉਹਨਾਂ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਕਾਰ ਨਾ ਰੁਕੀ ਨਹੀਂ ਨਾਕੇ 'ਤੇ। ਉਹਨਾਂ ਨੇ ਉਹਨੂੰ ਰੋਕਿਆ, ਪੁਲਿਸ ਵਾਲਿਆਂ ਨੇ ਆਪਣੇ ਤਰੀਕੇ ਦੇ ਨਾਲ। ਉਹ ਰੋਕ ਕੇ ਜਦੋਂ ਤਲਾਸ਼ੀ ਲਈ, ਅੰਦਰ ਇੱਕ ਨੌਜਵਾਨ ਲੜਕੀ ਸੀ ਜਿਹੜੀ ਨਸ਼ੇ ਦੀ ਹਾਲਤ 'ਚ ਸੀ, ਅਤੇ ਇੱਕ ਮਰਦ ਸੀ। ਬਾਕੀ ਹੋਰ ਕੋਈ ਮਰਦ ਹੈ ਸੀ ਜਾਂ ਨਹੀਂ ਸੀ, ਲੇਕਿਨ ਇਹ ਦੋ ਜਿਹੜੇ ਕਿਰਦਾਰ ਆ ਨਾ ਉਹ ਜ਼ਿਆਦਾ ਅਹਿਮ ਹੈ ਇਸ ਪੂਰੇ ਵਾਕਿਏ ਦੇ ਵਿੱਚ। ਕਿ ਇੱਕ ਜਨਾਬ ਲੜਕੀ ਜਿਹੜੀ ਨਸ਼ੇ ਦੀ ਹਾਲਤ 'ਚ ਸੀ, ਉਹਨਾਂ ਨੇ ਉਹਨੂੰ ਗ੍ਰਿਫਤਾਰ ਕੀਤਾ। ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੇ। ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਉਹਨਾਂ ਦੀ ਤਲਾਸ਼ੀ ਲਈ ਤਾਂ ਉਸ ਬੰਦੇ ਦੀ ਜੇਬ 'ਚ ਆਈਸ ਨਿਕਲੀ। ਆਈਸ ਜਿਹੜਾ ਇੱਕ ਆਈਸ ਅੱਜ ਦੇ ਦੌਰ ਦੇ ਵਿੱਚ ਜਿਹੜਾ ਨਸ਼ਾ ਨਾ, ਇਹਨਾਂ ਦੀ ਨਸ਼ੇ ਦੀ ਵੀ ਕਿਸਮਾਂ ਬਣ ਗਈਆਂ ਹੋਈਆਂ। ਭਲੇ ਵਕਤਾਂ 'ਚ ਤਾਂ ਕੁਛ ਹੁੰਦਾ ਹੀ ਨਹੀਂ ਸੀ। ਭਲੇ ਵਕਤਾਂ 'ਚ ਕੋਈ ਭੰਗ ਪੀ ਲੈਂਦਾ ਸੀ ਅਤੇ ਉਹਨੂੰ ਵੀ ਬੁਰਾ ਸਮਝਿਆ ਜਾਂਦਾ ਸੀ, ਕੋਈ ਹੁੱਕਾ ਪੀ ਲੈਂਦਾ ਸੀ। ਉਹ ਸਿਗਰਟ ਤਾਂ ਫਿਰ ਬਾਅਦ 'ਚੋਂ ਆਏ ਆ, ਸਾਡੇ ਨਾਲ ਹੀ ਸਿਗਰਟ ਚੱਲਿਆ ਕੰਮ। ਉਹ ਹੁਣ ਤਾਂ ਤੁਸੀਂ ਇਹ ਸੋਚੋ ਕਿ ਚਰਸ, ਅਫੀਮ, ਇਹਨਾਂ ਤੋਂ ਕੰਮ ਬਹੁਤ ਅੱਗੇ ਨਿਕਲ ਚੁੱਕਿਆ ਹੋਇਆ। ਹੁਣ ਆਈਸ ਆ ਗਿਆ ਹੋਇਆ ਜੀ। ਆਈਸ ਨਾਮ ਦੀ ਵੀ ਇੱਕ ਬਲਾ ਆ ਗਈ ਹੈ ਮਾਰਕੀਟ ਦੇ ਵਿੱਚ, ਬਲਕਿ ਆਈ ਨਹੀਂ, ਕਾਫੀ ਅਰਸਾ ਹੋ ਗਿਆ ਆਈ ਹੋਈ ਹੈ। ਉਹ ਤੁਸੀਂ ਸਾਹ ਦੇ ਰਾਸਤੇ ਖਿੱਚਦੇ ਹੋ ਅਤੇ ਤੁਸੀਂ ਭੁੱਲ ਜਾਂਦੇ ਹੋ ਤੁਸੀਂ ਕਿੱਥੇ ਹੋ। ਜੰਨਤ ਦੀ ਸੈਰ ਕਰਦੇ ਆ ਜੀ ਲੋਕ, ਇੱਦਾਂ ਦੀਆਂ ਗੱਲਾਂ ਕਰਦੇ ਆ। ਇਹ ਉਹੀ ਲੋਕ ਕਰਦੇ ਨੇ ਜਿਨ੍ਹਾਂ ਨੂੰ ਜ਼ਹਿਨੀ ਤੌਰ 'ਤੇ ਸਕੂਨ ਨਹੀਂ ਹਾਸਿਲ ਹੁੰਦਾ। ਇਸੇ ਕਰਕੇ ਕਹਿੰਦੇ ਕਿ ਅੱਲਾ ਦੇ ਨਾਲ ਅੱਲਾ ਦੀ ਇਸਲਾਮ ਨਾਲ ਜੁੜੋ, ਇਸਲਾਮੀ ਅਹਿਕਾਮਾਤ 'ਤੇ ਅਮਲ ਕਰੋ। ਹੁਣ ਉਹ ਅਸੀਂ ਆਉਂਦੇ ਆਪਣੇ ਵਾਕਿਆ, ਬੰਦੇ ਦੀ ਜੇਬ 'ਚੋਂ ਆਈਸ ਨਿਕਲੀ। ਹੋਰ ਉਹਨਾਂ ਨੇ ਤਲਾਸ਼ੀ ਲਈ ਅਤੇ ਉਹਦੀ ਜੇਬ ਦੇ ਵਿੱਚੋਂ ਜਿਨਸੀ ਇਸ਼ਤਿਆਲ ਵਾਲੀਆਂ ਦਵਾਈਆਂ ਨਿਕਲੀਆਂ, ਜਿਹੜੀਆਂ ਦਵਾਈਆਂ ਖਾ ਕੇ ਤੁਸੀਂ ਆਪਣੀ ਸ਼ਾਵਤ ਨੂੰ ਵਧਾਉਂਦੇ ਹੋ ਜਾਂ ਮੁਖਾਲਫ ਦੀ ਸ਼ਾਵਤ ਨੂੰ ਵਧਾਉਂਦੇ ਹੋ ਦਵਾਈਆਂ ਖਾ ਕੇ। ਇੱਕ ਨੁਕਤਾ ਮੈਂ ਵੀ ਦੱਸਣਾ ਚਾਹੁੰਦਾ, ਜ਼ੇਨ 'ਚ ਆ ਰਿਹਾ ਕਿ ਇਹ ਜਿੱਥੋਂ ਦਵਾਈਆਂ ਲੈ ਕੇ ਜਾਂਦੇ ਆ ਨਾ ਜੀ, ਇਹ ਮੇਰੇ ਖਿਆਲ ਨਾਲ ਉਹ ਵੀ ਇਹਨਾਂ ਦੀ ਨਾ ਬੇਸ਼ੱਕ ਪੂਰੀ ਇੱਕ ਬਣੀ ਹੁੰਦੀ ਆ। ਹਾਂਜੀ, ਇਹ ਦਵਾਈਆਂ ਤੁਸੀਂ ਇਹ ਦਵਾਈਆਂ ਆਮ ਮਿਲ ਹੀ ਨਹੀਂ ਸਕਦੀਆਂ। ਇਹ ਕੁਝ ਖਾਸ ਦਵਾਈਆਂ ਨੇ ਸਾਡੇ ਪਾਕਿਸਤਾਨ ਦੇ ਵਿੱਚ ਵੀ, ਜਿਹੜੀਆਂ ਤੁਸੀਂ ਬਗੈਰ ਡਾਕਟਰ ਦੇ ਨੁਸਖੇ ਤੋਂ ਨਹੀਂ ਖਰੀਦ ਸਕਦੇ। ਪਾਵਰ ਹੋਵੇ ਤੁਹਾਡੇ ਕੋਲ। ਹਾਂਜੀ, ਤੁਸੀਂ ਕਿਸੇ ਨੂੰ ਵੀ ਜਾ ਕੇ ਕਹਿ ਸਕਦੇ ਹੋ ਇਹ ਦੇ। ਹਾਂ, ਇਹ ਸਮਝ ਲਓ ਕਿ ਇੱਦਾਂ ਦਾ ਹੀ ਚੱਕਰ ਹੈਗਾ ਇਹਨਾਂ ਦਾ। ਅੱਛਾ, ਉਹ ਜਿਸ ਤਰ੍ਹਾਂ ਨੀਂਦ ਦੀ ਇੱਕ ਖਾਸ ਕਿਸਮ ਦੀਆਂ ਗੋਲੀਆਂ ਹੈਗੀਆਂ, ਬਲਕਿ ਨੀਂਦ ਦੀਆਂ ਆਮ ਗੋਲੀਆਂ ਵੀ ਅਗਰ ਤੁਸੀਂ ਕਿਤੋਂ ਖਰੀਦਣ ਜਾਓ ਸਕੂਨ ਵਾਲੀਆਂ, ਅਤੇ ਉਹ ਕਹਿੰਦੇ ਡਾਕਟਰ ਦਾ ਨੁਸਖਾ ਦਿਓ। ਉਹ ਕਹਿੰਦੇ ਅਸੀਂ ਇਸ ਤਰ੍ਹਾਂ ਤੁਹਾਨੂੰ ਦੇ ਹੀ ਨਹੀਂ ਸਕਦੇ। ਫਿਰ ਅਗਰ ਕੋਈ ਕਹਿੰਦਾ ਜੀ ਨਹੀਂ ਮੇਰੇ ਕੋਲ ਡਾਕਟਰ ਦਾ ਨੁਸਖਾ ਗੁੰਮ ਗਿਆ, ਫਿਰ ਉਹ ਕਹਿੰਦੇ ਲਿਆਓ ਆਪਣਾ ID ਕਾਰਡ ਦਿਓ, ਅਸੀਂ ਉਹਦੀ ਕਾਪੀ ਕਰ ਲੈਂਦੇ ਹਾਂ ਜਾਂ ਉਹਦੀ ਤਸਵੀਰ ਖਿੱਚ ਲੈਂਦੇ ਹਾਂ। ਸਾਡੇ ਕੋਲ ਹੋਏਗਾ ਜੀ ਇਹ ਬੰਦਾ ਆਇਆ ਸੀ ਲੈਣ, ਤੇ ਉਹਦੀ ID ਕਾਰਡ ਹੈ ਅਤੇ ਇਹਨੂੰ ਫੜੋ ਜਾ ਕੇ ਜੀ, ਅਸੀਂ ਤੁਹਾਨੂੰ ਆਪਣਾ ਪ੍ਰੋਟੋਕੋਲ ਪੂਰਾ ਕਰਕੇ ਦਵਾਈ ਦਿੱਤੀ। ਅੱਛਾ, ਹੁਣ ਉਸ ਬੰਦੇ ਨੂੰ ਤਲਾਸ਼ੀ ਦੇ ਬਾਅਦ ਉਹਦੇ ਕੋਲੋਂ 2 ਮੋਬਾਈਲ ਬਰਾਮਦ ਹੋਏ। ਹੁਣ ਪੁਲਿਸ ਨੇ ਆਪਣੀ ਕਾਰਵਾਈ ਪੂਰੀ ਕੀਤੀ ਬਕੌਲ ਪੁਲਿਸ ਦੇ। ਅਸੀਂ ਇਹ ਪੁਲਿਸ ਦੇ ਨੁਕਤਾ ਨਜ਼ਰ ਦੇ ਨਾਲ ਨਾ ਗੱਲ ਕਰ ਰਹੇ ਹਾਂ। ਜਿਹੜੀਆਂ ਖਬਰਾਂ ਸਾਡੇ ਕੋਲ ਪੁਲਿਸ ਨੇ ਪਹੁੰਚਾਈਆਂ, ਉਹਨਾਂ ਨੇ ਉਹਦੇ ਮੋਬਾਈਲ ਦਾ ਫੋਰੈਂਸਿਕ ਕਰਾਇਆ। ਉਹਦੇ ਮੋਬਾਈਲ 'ਚ ਉਹਨਾਂ ਨਾਜ਼ਰੀਨ ਕੋਈ 5500 ਜਿਹੜੀ ਤਾਦਾਦ ਇਸ ਟਾਈਮ ਮੀਡੀਆ 'ਤੇ ਆ ਰਹੀ ਆ, ਅਸੀਂ ਫਿਲਹਾਲ ਉਹਦੇ 'ਤੇ ਗੱਲ ਕਰਦੇ ਹਾਂ। ਅਗਲੀਆਂ ਵੀ ਕੁਛ ਤਾਦਾਦ ਦੇ ਬਾਰੇ 'ਚ ਅਫਵਾਹਾਂ ਚੱਲ ਰਹੀਆਂ ਹਲੇ, ਕਿਉਂਕਿ ਉਹਨਾਂ ਦੇ ਹਲੇ ਪੁਲਿਸ ਨੇ ਉਹਨਾਂ ਨੂੰ ਤਸਦੀਕ ਨਹੀਂ ਕੀਤੀ ਉਹਨਾਂ ਦੀ। ਅਸੀਂ ਤਸਦੀਕ 'ਤੇ ਹੀ ਰਹਿੰਦੇ ਜੀ। 5500 ਵੀਡੀਓਜ਼। 5500 ਵੀ ਥੋੜੀ ਨਹੀਂ ਹੈਗੀ। ਹਾਂਜੀ 5500। ਤੁਸੀਂ ਸੋਚੋ ਕਿ 5500 ਲੜਕੀਆਂ ਦੀ ਵੀਡੀਓਜ਼, ਤਸਵੀਰ ਨਾਜ਼ੇਬਾ ਹਾਲਤ ਦੀਆਂ ਮਿਲੀਆਂ ਉਸ ਬੰਦੇ ਦੇ ਕੋਲੋਂ। ਹੁਣ ਜਦੋਂ ਇਤਨੀ ਜ਼ਿਆਦਾ ਵੀਡੀਓਜ਼ ਆਈਆਂ, ਹੁਣ ਵੱਲਾਹੁ ਆਲਮ ਕਿ ਉਹ 5500 ਲੜਕੀਆਂ ਜਾਂ ਕੁਛ 100 ਲੜਕੀਆਂ ਜਿਨ੍ਹਾਂ ਦੀ ਇਤਨੀ ਵੀਡੀਓ ਦਾ, ਅਸੀਂ ਇਸ ਬਾਰੇ ਹਾਲੇ ਗੱਲ ਨਹੀਂ ਕਰਦੇ ਕਿਉਂਕਿ ਇਸ ਬਾਰੇ ਸਾਡੇ ਕੋਲ ਕੋਈ ਕਨਫਰਮੇਸ਼ਨ ਨਹੀਂ, ਕੋਈ ਸਾਡੇ ਕੋਲ। ਅਸੀਂ ਤਾਂ ਵਾਕਿਆ ਨੂੰ ਅਸੀਂ ਵਾਕਿਆ
ਗੱਲ ਲੰਬੀ ਹੋ ਰਹੀ, ਅਸੀਂ ਮੁਕਾਨੇ ਆ। ਉਹਨਾਂ ਨੇ ਭਾਈ ਇਹਦੇ ਤੇ ਤਫਤੀਸ਼ ਸ਼ੁਰੂ ਕੀਤੀ। ਉਹ ਬੰਦਾ ਜਿਹੜਾ ਉਹ ਬਹਾਵਲਪੁਰ ਇਸਲਾਮੀਆ ਯੂਨੀਵਰਸਿਟੀ ਦਾ ਚੀਫ ਹੈਡ ਨਿਕਲਿਆ ਦਾ ਸਿਕਿਉਰਿਟੀ ਦਾ। ਹੁਣ ਇਹ ਵਾਕਿਆ ਤੇ ਸੋਸ਼ਲ ਮੀਡੀਆ ਤੇ ਜਦੋਂ ਚੱਲਿਆ ਤੇ ਅੱਗ ਲੱਗ ਗਈ ਹਰ ਪਾਸੇ। ਮੀਡੀਆ ਤੇ ਆਇਆ, ਸੋਸ਼ਲ ਮੀਡੀਆ ਤੇ ਆਇਆ। ਮੀਡੀਆ ਤੇ ਆਖਰ 2 ਦਿਨ ਤੱਕ ਚੁੱਪ ਬੈਠਾ ਰਿਹਾ। ਮੇਰੇ ਸਾਹਮਣੇ 2 ਮੀਡੀਆ ਚੈਨਲ ਸੀ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਹੀ ਇਹਨਾਂ ਦੇ ਉੱਤੇ ਸਮਝ ਲਓ ਕਿ ਕਾਰਵਾਈ ਕੀਤੀ, ਇਹਨਾਂ ਦੇ ਉੱਤੇ ਆਪਣੀ ਵੀਡੀਓਜ਼ ਬਣਾਈਆਂ, ਬੁਲੇਟਿਨ ਚਲਾਏ। ਬਾਕੀ ਕਿਸੇ ਬੰਦੇ ਨੇ, ਅਸੀਂ ਉਹਨਾਂ ਦਾ ਨਾਮ ਨਹੀਂ ਲੈਂਦੇ ਕਿਉਂਕਿ ਇਹਨਾਂ ਚੀਜ਼ਾਂ ਦੀ ਇਜਾਜ਼ਤ ਨਹੀਂ ਹੁੰਦੀ। ਉਹ ਸਿਰਫ 2 ਚੈਨਲ ਸੀ, ਮੈਂ ਉਹਨਾਂ ਤੋਂ ਇਲਾਵਾ ਕਿਸੇ ਚੈਨਲ ਨੂੰ ਨਹੀਂ ਦੇਖਿਆ। ਇਹ ਸੋਸ਼ਲ ਮੀਡੀਆ ਦੇ ਜਿਹੜੇ ਸਾਡੇ ਸੋਸ਼ਲ ਮੀਡੀਆ ਐਕਟਿਵਿਸਟ ਬੈਠੇ ਹੋਏ ਆ, ਇਹਨਾਂ ਨੇ ਉਹਨੂੰ ਜਿਹੜਾ ਨਾ ਚੱਕਿਆ ਇਸ ਵਾਕਿਏ ਨੂੰ ਕਿ ਆਵਾਮ ਦੇ ਕੋਲ ਆਵੇ, ਆਵਾਮ ਨੂੰ ਪਤਾ ਲੱਗੇ। ਇਹ ਵਾਕਿਆ ਉਹਨੂੰ ਗ੍ਰਿਫਤਾਰ ਕੀਤਾ। ਉਹਦੀ ਹੁਣ ਵੀਡੀਓ ਬਿਆਨ ਆ ਗਿਆ ਉਸ ਬੰਦੇ ਦਾ। ਉਹ ਕਹਿੰਦਾ ਜੀ ਕਿ ਮੇਰੇ ਕੋਲ ਤੇ ਹਰ ਇੱਕ ਸਟਾਫ ਦੇ 6-6 7 ਅਗਰ 15 ਬੰਦਿਆਂ ਦਾ ਸਟਾਫ ਆ ਤੇ ਸਮਝ ਲਓ 6-6 ਬੰਦੇ ਮੇਰੇ ਗੈਂਗ ਦਾ ਹਿੱਸਾ। ਉਹ ਯੂਨੀਵਰਸਿਟੀ ਵਿੱਚ ਲੱਗੀ ਸਾਰੀ ਇਸ ਕੰਮ 'ਚ ਲੱਗੀ ਹੋਈ। ਉਹਨਾਂ ਦੇ ਕੋਲ ਸਮਝ ਲਓ ਕਿ ਲੜਕੇ ਵੀ ਸ਼ਾਮਲ ਹੈ ਇਸ ਗੈਂਗ ਦੇ ਵਿੱਚ, ਜਿਹੜੇ ਉਹਨਾਂ ਨੂੰ ਲੜਕੀਆਂ ਦੇ ਨੰਬਰ ਲਿਆ ਕੇ ਦਿੰਦੇ। ਹੁਣ ਚੈਟ ਜਿਹੜੀ ਆ ਉਹ ਸਾਹਮਣੇ ਆ ਰਹੀ ਆ। ਤੁਸੀਂ ਸੋਚੋ ਕਿ ਚੈਟ ਦੇ ਵਿੱਚ ਸਾਹਮਣੇ ਇੱਕ ਲੜਕੀ ਕਹਿ ਰਹੀ ਖੁਦ ਸਰ ਨੂੰ ਕਿ ਸਰ ਮੈਨੂੰ ਸ਼ਰਾਬ ਦੀ ਆਦਤ ਲੱਗ ਗਈ ਆ ਤੇ ਮੈਨੂੰ ਬੜੀ ਤਲਬ ਹੋ ਰਹੀ ਆ, ਮੈਨੂੰ ਸ਼ਰਾਬ ਪਿਲਾਓ। ਦੂਸਰੀ ਕਹਿ ਰਹੀ ਜੀ ਮੈਨੂੰ ਤੇ ਅੱਗ ਲੱਗੀ ਹੋਈ ਆ, ਮੇਰਾ ਇਹ ਕਰੋ, ਮੇਰਾ ਉਹ ਕਰੋ। ਇਹ ਚੈਟਾਂ ਲੀਕ ਹੋ ਗਈਆਂ। ਉਹ ਕਿਸੇ ਨੂੰ ਕਹਿ ਰਹੇ ਕਿ ਤੇਰੀ ਸਮੈਸਟਰ ਦੀ ਫੀਸ ਮਾफ़ ਕਰ ਦਿੰਦੇ ਆ, ਤੇਰੇ ਸਮੈਸਟਰ ਕਲੀਅਰ ਕਰ ਦਿੰਦੇ ਆ। ਉਹ ਖੁਦ ਕਹਿ ਰਹੀਆਂ ਕਿ ਸਰ ਸਾਡੇ ਕੋਲ ਫੀਸ ਨਹੀਂ ਆ, ਤੁਸੀਂ ਇਹ ਕਰੋ ਉਹ ਕਰੋ, ਸਾਡੇ ਨਾਲ ਸਾਡਾ ਮਾਮਲਾਤ ਕਲੀਅਰ ਕਰੋ। ਇੱਦਾਂ ਦੇ ਕੰਮ ਚੱਲ ਰਹੇ ਜੀ। ਦੇਖੋ ਤੁਸੀਂ 55 ਅੱਛਾ ਇਹ ਤਾਂ ਚਲੋ ਠੀਕ ਹੈ, ਯੂਨੀਵਰਸਿਟੀ ਦਾ ਵਾਕਿਆ ਵਾ ਜੀ ਜੀ। ਇਹੀ ਅਗਰ ਮਤਲਬ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਮੀਡੀਆ ਨੇ ਚੱਕਿਆ ਹੀ ਨਹੀਂ ਹੈ ਜੀ ਜੀ, ਅਗਰ ਇਹ ਮਦਰਸੇ ਦਾ ਕੋਈ ਵਾਕਿਆ ਹੁੰਦਾ, ਦੇਖੋ ਜੀ ਮਦਰਸੇ ਦਾ ਵਾਕਿਆ ਹੁੰਦਾ ਤੇ ਤੁਸੀਂ ਸਾਰੇ ਭਰਾ ਤੁਸੀਂ ਲੋਕ ਜਾਣਦੇ ਹੋ ਕਿ ਇਸ ਟਾਈਮ ਪਾਕਿਸਤਾਨ ਦਾ ਸਭ ਤੋਂ ਮਜ਼ਲੂਮ ਤਬਕਾ ਅਗਰ ਗਰੀਬ ਨੂੰ ਸਾਈਡ ਤੇ ਕਰ ਦਿੱਤਾ ਜਾਵੇ ਨਾ ਤੇ ਸਾਡੇ ਮਦਾਰਸ, ਇਹਨਾਂ ਦੇ ਉੱਤੇ ਜਿਹਦਾ ਦਿਲ ਕਰਦਾ, ਜੋ ਦਿਲ ਕਰਦਾ ਉਹ ਬੋਲਦਾ, ਜਿੱਦਾਂ ਦਾ ਦਿਲ ਕਰਦਾ। ਅਗਰ ਖੁਦਾ ਨਾ ਖਾਸਤਾ ਵਾਕਿਆ ਇਦਾਂ ਦਾ ਪੇਸ਼ ਨਹੀਂ ਆਇਆ ਹੁੰਦਾ। ਹਾਂਜੀ, ਕਈ ਵਾਰੀ ਤੇ ਬਾਅਦ ਚੋਂ ਨਿਕਲ ਆਉਂਦਾ। ਇੱਕ ਬੜਾ ਮਸ਼ਹੂਰ ਵਾਕਿਆ ਪਿੰਡੀ ਦਾ, ਪਿੱਛੇ ਪਿੰਡੀ ਦੀ ਅਦਾਲਤ ਨੇ ਉਹਨਾਂ ਨੂੰ ਰਿਹਾ ਕੀਤਾ, ਬਾਇਜ਼ਤ ਬਰੀ ਕੀਤਾ। ਇੱਕ ਮੌਲਾਨਾ ਸਾਹਿਬ ਸੀ ਇਸਲਾਮਾਬਾਦ ਤੇ ਉਹਨਾਂ ਦਾ ਕੇਸ ਬਣਿਆ, ਉੱਥੇ ਸਜਦੇ 'ਚ ਪੈ ਗਏ। ਬੜੀ ਵੀਡੀਓ ਮਸ਼ਹੂਰ ਹੋਈ। ਤੁਸੀਂ ਦੇਖੋ ਕਿ ਉਹ ਇਤਨੇ ਸਾਲ ਉਹਨਾਂ ਨੂੰ ਵਿਚਾਰਿਆਂ ਨੂੰ ਜ਼ਲੀਲ ਕੀਤਾ ਸਿਰਫ ਇੱਕ ਸ਼ੱਕ ਦੀ ਬੁਨਿਆਦ ਤੇ। ਅਗਰ ਕਿਸੇ ਮਦਰਸੇ ਦੇ ਵਿੱਚ ਗਲਤੀ ਨਾਲ ਕੋਈ ਇੱਕ ਵਾਕਿਆ ਐਸਾ ਪੇਸ਼ ਆ ਵੀ ਜਾਵੇ ਤੇ ਸਾਡਾ ਮੀਡੀਆ ਉਹਨੂੰ ਇਸ ਤਰ੍ਹਾਂ ਚੱਕਦਾ, ਅਸਮਾਨ ਤੇ ਚੱਕ ਲੈਂਦਾ ਉਹਨੂੰ। ਸਾਰੇ ਮੌਲਵੀਆਂ ਨੂੰ ਦੇਖੋ ਕਿਸੇ ਜਗ੍ਹਾ ਹੋ ਸਕਦਾ ਵਾਕਿਆ ਪੇਸ਼ ਵੀ ਆਇਆ, ਅਸੀਂ ਇਨਕਾਰ ਨਹੀਂ ਕਰਦੇ, ਅਸੀਂ ਨਹੀਂ ਕਹਿੰਦੇ ਅਸੀਂ ਫਰਿਸ਼ਤੇ ਹਾਂ, ਸਾਡੇ ਮੌਲਵੀਆਂ 'ਚ ਗੁਨਾਹ ਹੀ ਕੋਈ ਨਹੀਂ ਹੁੰਦਾ, ਅਸੀਂ ਇਨਸਾਨ ਹਾਂ, ਇਨਸਾਨ ਖਤਾ ਦਾ ਪੁਤਲਾ। ਜਿੱਦਾਂ ਤੁਹਾਡੇ ਕੋਲ ਗਲਤੀ ਹੋਈ, ਇਸਲਾਮੀ ਯੂਨੀਵਰਸਿਟੀ ਦੀ ਮਿਸਾਲ ਸਾਹਮਣੇ। ਇਹ ਤਾਂ ਦੇਖੋ ਇੱਕ ਮੌਲਾਨਾ ਸਾਹਿਬ, ਇੱਕ ਨਾਜ਼ਰੀਨ ਨੂੰ ਮੈਂ ਦੱਸਣਾ ਚਾਹੁੰਦਾ ਕਿ ਇਹ ਉਹ ਵਾਕਿਆ ਜਿਹੜਾ ਸਾਡੇ ਸਾਹਮਣੇ ਆ ਗਿਆ। ਇਸ ਤਰ੍ਹਾਂ ਸਾਡੇ ਮੁਲਕ 'ਚ ਕਿੰਨੀਆਂ ਯੂਨੀਵਰਸਿਟੀਆਂ ਚੱਲ ਰਹੀਆਂ, ਉਹ ਕਿਤਨੇ ਵਾਕਿਆਤ ਹੋਏ ਆ ਜਿਹੜੇ ਸਾਡੇ ਸਾਹਮਣੇ ਨਹੀਂ ਹੈ। ਸਾਡੇ ਸਾਹਮਣੇ ਕਿਸੇ ਦੀ ਮਾਂ, ਕਿਸੇ ਦੀ ਬੇਟੀ, ਕਿਸੇ ਦੀ ਭੈਣ। ਹਾਂ ਦੇਖੋ ਤੁਸੀਂ, ਮੈਂ ਕਹਿੰਦਾ ਕਿ ਇਹ ਵਾਕਿਆ ਤੋਂ ਬਾਅਦ ਇਸ ਤਰ੍ਹਾਂ ਲਰਜ਼ਾ ਜਿਹਾ ਤਾਰੀ ਹੋ ਗਿਆ ਕਿ ਕੋਈ ਵੀ ਆਪਣੇ ਆਪ ਨੂੰ ਸੇਫ ਨਹੀਂ ਫੀਲ ਕਰ, ਇਸ ਤਰ੍ਹਾਂ ਹੀ। ਲੇਕਿਨ ਹੁਣ ਜਿਹੜੀ ਅਸੀਂ ਦੇਖੋ, ਅਸੀਂ ਵਾਕਿਆ ਜਿਹੜਾ ਨਾ ਅਸੀਂ ਸੋਸ਼ਲ ਆਪਣੇ ਨਾਜ਼ਰੀਨ ਨੂੰ ਕੋਈ ਗਲਤ ਰਾਹ ਨਹੀਂ ਦੱਸਣਾ ਚਾਹੁੰਦੇ। ਹੁਣ ਇਸ ਵਾਕਿਏ ਦਾ ਇੱਕ ਦੂਸਰਾ ਪਹਿਲੂ ਵੀ ਸਾਹਮਣੇ ਆ ਰਿਹਾ। ਉਹ ਦੂਸਰਾ ਪਹਿਲੂ ਇਹ ਸਾਹਮਣੇ ਆ ਰਿਹਾ ਜੀ ਕਿ ਇੱਕ ਸਾਡੇ ਮੁਲਕ ਦੇ ਵਫਾਕੀ ਵਜ਼ੀਰ ਸਾਹਿਬ ਨੇ, ਉਹਨਾਂ ਦਾ ਸਾਹਿਬਜ਼ਾਦਾ ਇਸ ਕੰਮ 'ਚ ਮੁਲਵਸ ਆ ਤੇ ਉਹ ਜ਼ਿਆਦਾ ਜਿਹੜਾ ਨਾ ਉਹਨਾਂ ਨੇ ਮੀਡੀਆ ਨੂੰ ਆਪਣੇ ਕੰਟਰੋਲ 'ਚ ਕੀਤਾ ਹੋਇਆ। ਪੁਲਿਸ ਝੂਠੇ ਇਲਜ਼ਾਮ ਲਾ ਰਹੀ ਹੈ। ਵਾਈਸ ਚਾਂਸਲਰ ਸਾਹਿਬ ਜਿਹੜੇ ਇਸਲਾਮੀਆ ਯੂਨੀਵਰਸਿਟੀ ਬਾਵਲਪੁਰ ਦੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਕਿਹਾ ਜੀ ਇਹਦੇ 'ਤੇ ਇੱਕ ਤਹਿਕੀਕਾਤੀ ਕਮਿਸ਼ਨ ਬੈਠਣਾ ਚਾਹੀਦਾ ਜਿਹੜਾ ਹਰ ਪਹਿਲੂ ਦੀ ਤਹਿਕੀਕ ਕਰੇ। ਅਸੀਂ ਵੀ ਖੁਦ ਚਾਹੁੰਦੇ ਹਾਂ, ਅਸੀਂ ਉਹਨਾਂ ਦਾ ਮੁਤਾਲਬਾ ਤਸਲੀਮ ਕਰਦੇ ਹਾਂ। ਅਸੀਂ ਕਹਿੰਦੇ ਕਿ ਵਾਕਿਆਤਨ ਇਹਨੂੰ ਹੁਕੂਮਤ ਨੂੰ ਸੰਜੀਦਾ ਹੋਣਾ ਚਾਹੀਦਾ। ਮਾਸ਼ਾਅੱਲਾ ਅਸੀਂ ਐਪਰੀਸ਼ੀਏਟ ਕਰਾਂਗੇ ਆਪਣੇ ਹੁਕੂਮਤ ਨੂੰ ਕਿ ਕੱਲ੍ਹ ਜੁਆਇੰਟ ਸੈਸ਼ਨ ਸੀ ਸਾਡੇ, ਪਹਿਲੇ ਹੋਇਆ ਪਾਰਲੀਮੈਂਟ ਦੇ ਵਿੱਚ, ਫਿਰ ਸੈਨੇਟ ਦੇ ਵਿੱਚ, ਪਾਰਲੀਮੈਂਟ 'ਚ ਇਹਦੇ 'ਤੇ ਬਕਾਇਦਾ ਆਵਾਜ਼ ਚੱਕੀ ਗਈ। ਡਿਪਟੀ ਸਪੀਕਰ ਸਾਹਿਬ ਨੇ, ਸਾਡੇ ਸਪੀਕਰ ਸਾਹਿਬ ਤੇ ਸਾਡੇ ਮਾਸ਼ਾਅੱਲਾ ਰਾਜਾ ਪਰਵੇਜ਼ ਅਸ਼ਰਫ ਸਾਹਿਬ ਨੇ, ਲੇਕਿਨ ਡਿਪਟੀ ਸਪੀਕਰ ਸਾਹਿਬ ਨੇ ਅਕਰਮ ਦੁਰਾਨੀ ਸਾਹਿਬ ਦੇ ਸਾਹਿਬਜ਼ਾਦੇ, ਉਹਨਾਂ ਨੇ ਬਕਾਇਦਾ ਇਹਦੇ 'ਤੇ ਰੂਲਿੰਗ ਕੀਤੀ। ਉਹਨਾਂ ਨੇ ਕਿਹਾ ਜੀ ਕਿ ਮੈਂ IG ਸਾਹਿਬ ਨੂੰ ਔਰ ਚੀਫ ਸਾਹਿਬ ਨੂੰ, ਮੈਂ IG ਸਾਹਿਬ ਨੂੰ ਔਰ ਉੱਥੇ ਦੇ ਜਿਹੜੇ ਪੁਲਿਸ ਅਫਸਰਾਨ ਆ ਉਹਨਾਂ ਨੂੰ ਮੈਂ ਖੁਦ ਇੱਥੋਂ ਆਰਡਰ ਦੇ ਰਿਹਾ ਕਿ ਜਲਦ ਅਜ਼ ਜਲਦ, ਬਲਕਿ ਉਹਨਾਂ ਨੇ ਕਿਹਾ 24 ਘੰਟੇ 'ਚ ਤਹਿਕੀਕਾਤ ਕਰਕੇ ਤੇ ਇਹ ਪਾਰਲੀਮੈਂਟ 'ਚ ਆ ਕੇ ਬਿਆਨ ਦੱਸੋ ਕਿ ਕੀ ਮਸਲਾ। ਮਾਸ਼ਾਅੱਲਾ ਉਹਨਾਂ ਦੀ ਬੜੀ ਅੱਛੀ ਇੱਕ ਕਾਵਿਸ਼ ਆ, ਅੱਲਾਹ ਪਾਕ ਕਬੂਲ ਕਰੇ ਜੀ। ਅਸੀਂ ਇਹ ਦੁਆ ਕਰਦੇ, ਨਾਲੇ IG ਸਾਹਿਬ ਔਰ ਦੂਸਰੇ ਅਫਸਰਾਨ ਵੀ ਇਹਨੂੰ ਸਹੀ ਤਰੀਕੇ ਨਾਲ ਲੈਣ, ਇਹਨੂੰ ਪੂਰੇ ਤਰੀਕੇ ਦੇ ਨਾਲ ਇਹਦੇ 'ਤੇ ਅਮਲ ਕਰਨ। ਉਹ ਇਹ ਵਾਕਿਆ ਯਾਨੀ ਕਿ ਕਿਸੇ ਪਾਸੇ ਲੱਗ ਰਿਹਾ।